ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸ਼ਾਈਨਿੰਗ ਲਾਈਟ ਪ੍ਰੋਗਰਾਮ ਵਿੱਚ ਤੇ ਤੁਸੀਂ ਦੇਖ ਰਹੇ ਹੋ ਪੀਵੀਸੀ ਯੂਕੇ ਸਕਾਈ ਚੈਨਲ 775। ਸੋ ਅੱਜ ਦਾ ਵਿਸ਼ਾ ਸਾਡਾ ਹੈ ਆਰਗੈਨਿਕ ਫਾਰਮਿੰਗ, ਜਿਹਨੂੰ ਪੰਜਾਬੀ ਵਿੱਚ ਅਸੀਂ ਜੈਵਿਕ ਖੇਤੀ ਕਹਿੰਦੇ ਆ। ਸੋ ਜੇ ਦੇਖਿਆ ਜਾਵੇ ਤਾਂ ਜਿਹੜਾ ਅੱਜ ਕੱਲ੍ਹ ਦੀ ਖੇਤੀ ਆ ਉਹਦੇ ਵਿੱਚ ਅਸੀਂ ਜੋ ਉਗਾ ਰਹੇ ਹਾਂ, ਜੋ ਲੋਕਾਂ ਅੱਗੇ ਪਰੋਸ ਰਹੇ ਹਾਂ, ਉਹ ਅਸੀਂ ਨਿਰੀਆਂ ਜ਼ਹਿਰਾਂ ਪਰੋਸ ਰਹੇ ਹਾਂ, ਕਿਉਂਕਿ ਅਸੀਂ ਆਪਣੀਆਂ ਫਸਲਾਂ ਦੇ ਵਿੱਚ ਉਸ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਅਸੀਂ ਆਵਾਗੌਣ ਉਹਦੇ ਵਿੱਚ ਖਾਦਾਂ ਦੀ ਵਰਤੋਂ ਕੀਤੀ, ਉੱਪਰ ਦੀ ਕੀਟਨਾਸ਼ਕ ਦਵਾਈਆਂ ਉੱਤੇ ਘੱਟ ਕੰਮ ਕਰਨਾ ਪਵੇ, ਉਹਦੇ 'ਤੇ ਨਦੀਨਨਾਸ਼ਕ ਦਵਾਈਆਂ ਦੇ ਛਿੜਕਾਓ ਕੀਤੇ, ਜਿਹਦੇ ਨਾਲ ਹੌਲੀ ਹੌਲੀ ਸਾਡੇ ਕੋਲ ਜਿਹੜੀ ਅੱਜ ਫਸਲ ਅਨਾਜ ਪਹੁੰਚ ਰਿਹਾ ਆ ਉਹਦੇ ਵਿੱਚ ਜਿਹੜੀਆਂ ਜ਼ਹਿਰਾਂ ਮਿਕਸ ਹੋ ਕੇ ਆ ਰਹੀਆਂ, ਉਹਦੇ ਨਾਲ ਸਾਨੂੰ ਬਿਮਾਰੀਆਂ ਦਾ ਉਹ ਸਾਡੇ ਵਾਸਤੇ ਕਾਰਨ ਬਣਦੀਆਂ। ਸੋ ਅੱਜ ਸਮੇਂ ਦੀ ਜ਼ਰੂਰਤ ਬਣ ਗਈ ਆ ਕਿ ਸਾਨੂੰ ਜਿਹੜੀ ਉਹ ਕੁਦਰਤੀ ਖੇਤੀ ਆ ਉਹਦੇ ਵੱਲ ਵਾਪਸ ਪਰਤਿਆ ਜਾਵੇ। ਅਸੀਂ ਪਿਛਲੇ ਹਫ਼ਤੇ ਵੀ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਸੀ, ਕਿਉਂਕਿ ਕਿਹਾ ਜਾਂਦਾ ਹੈ ਕਿ ਆਰਗੈਨਿਕ ਖੇਤੀ ਵੱਲ ਜਾਂ ਜੈਵਿਕ ਖੇਤੀ ਵੱਲ ਮੁੜਨਾ ਚਾਹੀਦਾ, ਪਰ ਉਹ ਕੀ ਇੱਕਦਮ ਮੁੜਨਾ ਸੰਭਵ ਹੈ? ਕਿ ਅਸੀਂ ਇੱਕਦਮ ਆਰਗੈਨਿਕ ਖੇਤੀ ਜਾਂ ਜੈਵਿਕ ਖੇਤੀ ਵੱਲ ਵਾਪਸ ਮੁੜ ਆਈਏ ਤਾਂ ਕੀ ਅਸੀਂ ਪੂਰੀ ਦੁਨੀਆ ਦਾ ਅਨਾਜ ਦੇ ਨਾਲ ਪੇਟ ਭਰ ਸਕਦੇ ਹਾਂ? ਸੋ ਇਹ ਸਾਰੀਆਂ ਚੀਜ਼ਾਂ ਦੇਖਣ ਵਿਚਾਰਨ ਵਾਲੀਆਂ ਹਨ। ਸੋ ਇਸੇ ਤਰ੍ਹਾਂ ਅਸੀਂ ਉਸੇ ਵਿਚਾਰਾਂ ਨੂੰ ਅੱਗੇ ਰੱਖਦੇ ਹੋਏ ਦੁਬਾਰਾ ਕੋਸ਼ਿਸ਼ ਕਰਾਂਗੇ। ਇੰਡੀਆ ਦੇ ਵਿੱਚ ਪੰਜਾਬ ਤੋਂ ਸਾਡੇ ਨਾਲ ਫਿਰ ਅੱਜ ਜੁੜੇ ਹਨ ਭਾਈ ਕੁਲਦੀਪ ਸਿੰਘ, ਤੇ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਤੁਹਾਡਾ ਹਾਂਜੀ ਭਾਈ ਬਹੁਤ ਸਾਹਿਬ, ਪੀਵੀਸੀ ਚੈਨਲ ਤੇ। ਧੰਨਵਾਦ ਜੀ, ਧੰਨਵਾਦ ਤੁਹਾਡਾ। ਹਾਂਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਪਿਛਲੇ ਹਫ਼ਤੇ ਵੀ ਆਰਗੈਨਿਕ ਫਾਰਮਿੰਗ ਬਾਰੇ, ਸੋ ਅਸੀਂ ਉਹਦੇ ਤੇ ਕੁਝ ਵਿਚਾਰਾਂ ਕੀਤੀਆਂ ਸੀਗੀਆਂ, ਜਿਸ ਦੇ ਵਿੱਚ ਤੁਸੀਂ ਇਹ ਗੱਲ ਆਖੀ ਸੀ ਕਿ ਉਹ ਖੇਤੀ ਸੰਭਵ ਨਹੀਂ। ਸੋ ਉਹਦੇ ਬਾਰੇ ਤੁਹਾਡੇ ਤੋਂ ਥੋੜਾ ਜਿਹਾ ਫੇਰ ਮੈਂ ਜਾਣਨਾ ਚਾਹਾਂਗਾ। ਉਸ ਤੋਂ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਉਹ ਜੇ ਸੰਭਵ ਨਹੀਂ ਤਾਂ ਕਿਉਂ ਨਹੀਂ, ਤੇ ਉਹਨੂੰ ਸੰਭਵ ਕਰਨ ਵਾਸਤੇ ਸਾਨੂੰ ਕੀ ਕੀ ਕਰਨਾ ਪਵੇਗਾ, ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਜੀ। ਹਾਂਜੀ ਭਾਈ, ਸੰਭਵ ਦਾ ਮਤਲਬ ਇਦਾਂ ਹੈ ਕਿ ਵੀ ਮਤਲਬ ਜਿੱਦਾਂ ਸਾਨੂੰ ਆਉਣ ਵਾਲੇ ਸਮੇਂ ਅਨਾਜ ਦੀ ਲੋੜ ਸਾਡੀ ਵਧਣੀ, ਮਤਲਬ ਇੱਕ ਸਰਵੇ ਆ ਸਾਡਾ ਜਿਹੜਾ ਕਿ 30 ਤੱਕ ਸਾਨੂੰ 245 ਬਿਲੀਅਨ ਟਨ ਜਿਹੜੀ ਕਣਕ ਹੈ ਉਹ ਸਾਨੂੰ ਚਾਹੀਦੀ ਹੈ, ਪਰ ਉਹ 19 ਪੈਦਾ ਕਰ। ਹਾਂਜੀ, 2030। ਹਾਂਜੀ ਹਾਂਜੀ ਹਾਂਜੀ, ਤੇ ਉਹ ਇੰਨਾ ਅਨਾਜ ਪੈਦਾ ਕਰਨ ਲਈ ਸਾਨੂੰ ਜਿਹੜੀ ਹੁਣ ਸਾਡੀ ਰਸਾਇਣਿਕ ਜਿਹੜੀ ਚੀਜ਼ ਚੱਲ ਰਹੀ ਇਹਨੂੰ ਵੀ ਹੋਰ ਡਿਵੈਲਪ ਕਰ ਰਹੇ, ਇਹ ਤੋਂ ਵੀ ਹੋਰ ਅੱਗੇ ਜਾਣ ਨੂੰ ਮਤਲਬ ਸਾਡੇ ਜਿਹੜੇ ਸਾਇੰਟਿਸਟ ਆ ਜਾਂ ਯੂਨੀਵਰਸਿਟੀਆਂ ਹੋਰ ਅੱਗੇ ਜਾਣਾ ਚਾਹੁੰਦੀਆਂ, ਕਿਉਂਕਿ ਇੰਨੀ ਵੀ ਤਾਂ ਪੂਰੀ ਹੋਣੀ ਜੇ ਅਸੀਂ ਇਹਨੂੰ ਆਰਗੈਨਿਕ ਚ ਲੈ ਕੇ ਆਈਏ। 30 ਤੱਕ ਤਾਂ ਵੈਸੇ ਹੀ ਸਾਨੂੰ 3-4 ਸਾਲ ਤਾਂ ਆਰਗੈਨਿਕ ਕਰਨ ਨੂੰ ਲੱਗ ਜਾਣੀ ਜ਼ਮੀਨ। ਤੁਸੀਂ ਕਿਹਾ ਸੀ ਪੰਜਾਬ ਵਿੱਚ ਪੂਰੇ ਪੰਜਾਬ ਚ ਨਹੀਂ ਹੋ ਸਕਦੀ ਗੱਲ, ਫਿਰ ਉਹੀ ਆ ਗਈ ਵੀ ਬਿਲਕੁਲ ਥੋੜੇ ਪੱਧਰ ਤੋਂ ਸਟਾਰਟਅਪ ਕੀਤਾ ਜਾ ਸਕਦਾ। ਜੇ ਸੰਭਵ ਹੈ, ਸੰਭਵ ਤਾਂ ਹੈ, ਇਹ ਹੁਣ ਤੋਂ ਸਟਾਰਟ ਕਰਕੇ 5-7-10 ਸਾਲਾਂ ਤੱਕ ਇਹਨੂੰ ਵਧਾਇਆ ਜਾ ਸਕਦਾ, ਤੇ ਪ੍ਰੋਪਰ ਸਿਖਲਾਈ ਲੈ ਕੇ। ਉਹ ਵੀ ਜੇ ਅਸੀਂ ਕਹੀਏ ਏਦਾਂ ਤਾਂ ਫਿਰ ਬਹੁਤ ਨੁਕਸਾਨਦੇਹ ਹੈ ਜੀ। ਤੁਹਾਡੇ ਸਾਹਮਣੇ ਉਦਾਹਰਨਾਂ ਜਿਵੇਂ ਹੈ ਨਾ ਸ਼੍ਰੀਲੰਕਾ ਦੀ ਲਾ ਲਓ ਜਾਂ ਕੋਈ ਹੋਰ ਦੇਸ਼ ਹੈ ਨਾ, ਜਿੱਦਾਂ ਨਾ ਜਿਹੜਾ ਅਨਾਜ ਸੰਕਟ ਦੇ ਵਿੱਚ ਆਪਾਂ ਆ ਸਕਦੇ, ਉਹ ਕਾਰਨ ਸੀਗਾ ਸੰਭਵ ਹੋਣ ਦਾ। ਸੋ ਪਰ ਅੱਜ ਸਾਡੇ ਸਮੇਂ ਦੀ ਜਿਹੜੀ ਮੁੱਖ ਜ਼ਰੂਰਤ ਬਣ ਗਈ ਆ, ਕਿਉਂਕਿ ਜੇ ਦੇਖਿਆ ਜਾਵੇ ਪੰਜਾਬ ਦਾ ਜਿਹੜਾ ਕੁੱਲ ਰਕਬਾ ਆ ਖੇਤੀਯੋਗ, ਉਹ ਪੂਰੇ ਭਾਰਤ ਦਾ ਕੋਈ 2.5% ਹੈ, ਪਰ ਜਿਹੜੀਆਂ ਉੱਥੇ ਕੀਟਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ, ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦਾ ਛਿੜਕਾਓ ਕੀਤਾ ਜਾਂਦਾ, ਉਹ ਪੂਰੇ ਭਾਰਤ ਦਾ 18% ਤੋਂ 18.5% ਅਸੀਂ ਇਕੱਲਾ ਪੰਜਾਬ ਦੇ ਵਿੱਚ ਵਰਤ ਰਹੇ ਹਾਂ। ਸੋ ਬਹੁਤ ਸਾਰੀਆਂ ਦਵਾਈਆਂ ਇਹੋ ਜਿਹੀਆਂ ਕੀਟਨਾਸ਼ਕ ਦਵਾਈਆਂ ਵਰਤਣ ਦੇ ਨਾਲ ਸਾਡੇ ਵਾਸਤੇ ਅੱਜ ਜਿਹੜਾ ਅਨਾਜ ਸਾਡੇ ਕੋਲ ਪਹੁੰਚ ਰਿਹਾ, ਉਹ ਬਹੁਤ ਉਹ ਨਿਰੀ ਜ਼ਹਿਰ ਸਾਡੇ ਤੱਕ ਪਹੁੰਚ ਰਹੀ ਆ। ਸੋ ਸਮੇਂ ਦੀ ਜ਼ਰੂਰਤ ਆ, ਸਾਨੂੰ ਜੈਵਿਕ ਖੇਤੀ ਵੱਲ ਜਾਂ ਕੁਦਰਤੀ ਖੇਤੀ ਵੱਲ ਸਾਨੂੰ ਵਾਪਸ ਮੁੜਨਾ ਪੈਣਾ। ਅਸੀਂ ਚਲੋ ਇਸ ਗੱਲ ਨਾਲ ਸਹਿਮਤ ਹਾਂ ਕਿ ਇਸ ਨੂੰ ਇੱਕਦਮ ਨਹੀਂ ਕੀਤਾ ਜਾ ਸਕਦਾ, ਪਰ ਸਾਨੂੰ ਹੌਲੀ ਹੌਲੀ ਸ਼ੁਰੂ ਕਰਨ ਦੀ ਜ਼ਰੂਰਤ ਹੈ। ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਤੇ ਉਹਦੇ ਵਾਸਤੇ ਮੁੱਢਲੇ ਕਦਮ ਕਿਹੜੇ ਚੱਕਣੇ ਪੈਣੇ ਸਾਨੂੰ, ਉਹਦੇ ਬਾਰੇ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਉਹਦੇ ਬਾਰੇ ਸਾਂਝ ਪਾਓ ਜੀ। ਭਾਈ ਸਾਹਿਬ, ਸਾਨੂੰ
ਸਾਡੀ ਮੁੱਖ ਲੋੜ ਜਿਹੜੀ ਬੀਜ ਹੈਗੇ ਨੇ, ਸਾਨੂੰ ਆਰਗੈਨਿਕ ਬੀਜ ਚਾਹੀਦਾ ਹੈ ਨਾ। ਜਦੋਂ ਆਪਣਾ ਆਰਗੈਨਿਕ ਬੀਜ ਤਿਆਰ ਹੋਣਾ ਉਦੋਂ ਨੂੰ ਸਾਨੂੰ 4 ਸਾਲ ਲੱਗ ਜਾਣੇ ਹੈ ਨਾ। ਪਹਿਲਾਂ ਹੀ ਸਾਨੂੰ ਆਰਗੈਨਿਕ ਬੀਜ ਮਿਲ ਜਾਵੇ, ਜਿੱਦਾਂ ਹੈ ਨਾ, ਜਿੱਦਾਂ ਹੁਣ ਕੁਝ ਸੰਸਥਾਵਾਂ ਸਾਡੀਆਂ ਨਾ, ਜਿੱਦਾਂ ਸਭ ਤੋਂ ਪਹਿਲਾਂ ਮਤਲਬ ਇਸ ਜੈਵਿਕ ਵੱਲ ਨੂੰ ਜੇ ਕਿਸੇ ਨੇ ਪਹਿਲ ਕੀਤੀ ਤਾਂ ਮੇਰੇ ਹਿਸਾਬ ਦੇ ਨਾਲ ਭਗਤ ਪੂਰਨ ਸਿੰਘ ਉਹਨਾਂ ਨੇ ਕੀਤੀ ਸੀ। ਮਤਲਬ ਉਹਨਾਂ ਨੇ ਬੜਾ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਹਨਾਂ ਨਹੀਂ ਸਮਝੇ। ਅੱਜ ਮੀਡੀਆ ਕਰਕੇ ਥੋੜਾ ਸਮਝ ਰਹੇ, ਪਰ ਅਸੀਂ ਕਰ ਨਹੀਂ ਸਕਦੇ। ਕਰਨੇ ਦੇ ਕਾਰਨ ਹੈ ਕਿ ਵੀ ਅਸੀਂ ਇੱਕ ਤਾਂ ਜ਼ਮੀਨਾਂ ਉਨੀਆਂ ਨਹੀਂ ਰਹੀਆਂ ਹੈਗੀਆਂ, ਇੰਨਾ ਕੁ ਜ਼ਹਿਰ ਹੋ ਗਿਆ ਵੀ ਅਸੀਂ ਵਾਪਸ ਜੈਵਿਕ ਦਾ ਮਤਲਬ ਹੈ ਅਸੀਂ ਮੁੜ ਕੇ ਪਿੱਛਾ ਨੂੰ ਜਾਣਾ, 60 ਤੋਂ ਪਿੱਛੇ ਵਾਲੀ ਖੇਤੀ ਕਰਨੀ, ਜਦ ਕਿ 60 ਤੋਂ ਬਾਅਦ ਬਿਲਕੁਲ ਦੂਜਾ ਹੋਇਆ ਨਾ। ਅਸੀਂ 60 ਤੋਂ ਪਿੱਛੇ ਜਾਣਾ, 60 ਤੋਂ ਪਿੱਛੇ ਤੋਂ ਹੋ ਕੇ ਹੋਰ ਪਿੱਛੇ ਪਿੱਛੇ ਜਾ ਕੇ ਆਪਾਂ ਨੇ ਬਾਬੇ ਨਾਨਕ ਦੇ ਸਥਾਨ ਤੱਕ ਪਹੁੰਚਣਾ। ਅਸਲ ਜਿਹੜੀ ਜੈਵਿਕ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਤੇ ਉਹਦੇ ਲਈ ਫਿਰ ਸਾਨੂੰ ਉਹ ਰਵਾਇਤੀ ਅਨਾਜ ਜਿਹੜੇ ਆ, ਜਿੱਦਾਂ ਨਾ ਕਿੰਨੇ ਅਨਾਜ ਸੀ ਉਦੋਂ, ਹੁਣ ਤਾਂ ਅਸੀਂ ਆ ਗਏ ਝੋਨਾ, ਚਾਵਲ, ਮਤਲਬ ਚਾਵਲ ਤੇ ਕਣਕ ਜਾਂ ਵੱਧ ਤੋਂ ਵੱਧ ਮੱਕੀ ਹੈ ਨਾ, ਕਿਤੇ ਕਿਤੇ ਸੋਆਬੀਨ। ਉਦੋਂ ਸਾਰੀਆਂ ਹੀ ਚੀਜ਼ਾਂ ਆਪਣੇ ਘਰ ਉੱਗਦੀਆਂ ਹੁੰਦੀਆਂ ਸੀ ਹੈ ਨਾ, ਤੇ ਉਹ ਹੌਲੀ ਹੌਲੀ ਸਾਨੂੰ ਪਿੱਛਾ ਮੁੜਨਾ ਪੈਣਾ ਹੈਗਾ। ਤੇ ਪਰ ਜਿਹੜਾ ਸਾਡਾ ਸਿਸਟਮ ਹੈ, ਮਤਲਬ ਮੈਂ ਗੱਲ ਟੋਕਦਾ, ਕੁਛ ਫਸਲਾਂ ਤਾਂ ਇਹੋ ਜਿਹੀਆਂ ਜਿਹੜੀਆਂ ਸਾਡੇ ਪੰਜਾਬ ਦੇ ਪੌਣ ਪਾਣੀਆਂ ਦੇ ਮੁਤਾਬਕ ਹੈ ਹੀ ਨਹੀਂ ਸੀ, ਉਹਨਾਂ ਨੂੰ ਪਾਣੀ ਦੇ ਮੁਤਾਬਕ ਕਰਨ ਵਾਸਤੇ ਉਹਨਾਂ ਨੂੰ ਹਾਈਬ੍ਰਿਡ ਕੀਤਾ ਗਿਆ ਤੇ ਉਹ ਧੱਕੇ ਨਾਲ ਪੰਜਾਬ ਵਿੱਚ ਬੀਜੀਆਂ ਗਈਆਂ। ਜਿਹੜੀਆਂ ਉੱਥੇ ਦੀਆਂ ਖੇਤਰੀ ਫਸਲਾਂ ਸੀਗੀਆਂ ਉਹਨਾਂ ਨੂੰ ਅਸੀਂ ਜਿੱਦਾਂ ਉੱਥੋਂ ਬੰਦ ਕਰ ਦਿੱਤਾ ਬੀਜਣਾ, ਤੇ ਅਸੀਂ ਹੋਰ ਫਸਲਾਂ ਜਿਹੜੀਆਂ ਕਿ ਸਾਡੇ ਮੌਸਮ ਦੇ ਅਨੁਕੂਲ ਨਹੀਂ ਸਨ ਉਹਨਾਂ ਨੂੰ ਅਸੀਂ ਤਰ੍ਹਾਂ ਦੀਆਂ ਜ਼ਹਿਰਾਂ ਲਾ ਕੇ ਤਰ੍ਹਾਂ ਦੇ ਉਹਨਾਂ ਦੇ ਵਿੱਚ ਤਬਦੀਲੀਆਂ ਕਰਕੇ ਉਹ ਫਸਲਾਂ ਅਸੀਂ ਧੱਕੇ ਨਾਲ ਬੀਜਣੀਆਂ ਸ਼ੁਰੂ ਕੀਤੀਆਂ। ਹਾਂਜੀ, ਅੱਗੇ ਆਪਣੀ ਗੱਲ ਰੱਖੋ ਜੀ। ਹਾਂਜੀ, ਬਸ ਉਹਦਾ ਕੀ ਕਾਰਨ ਹੈ, ਅਸੀਂ ਮਤਲਬ ਇੱਕ ਤਾਂ ਜਦੋਂ ਅਸੀਂ ਆਰਗੈਨਿਕ ਮਤਲਬ ਬਣਾ ਕੋਈ ਜਾਨੀ ਸੰਭਵ, ਮੈਂ ਗੱਲ ਕਰ ਸੰਭਵ ਕਿੱਦਾਂ ਹੋਣਾ ਹੈਗਾ, ਸਾਨੂੰ ਪਹਿਲਾਂ ਆਪਣੇ ਤੋਂ, ਜਿੱਦਾਂ ਹੈ ਨਾ, ਪਰਸਨਲੀ ਆਪਣੇ ਤੋਂ, ਕਿਉਂਕਿ ਅਸੀਂ ਜੇ ਕੋਈ ਕਿਤਾਬ ਪੜ੍ਹ ਲਈ ਜਾਂ ਕਿਸੇ ਦਾ ਲੈਕਚਰ ਸੁਣ ਲਿਆ ਜਾਂ ਕੁਛ ਏਦਾਂ ਅਸੀਂ ਨਹੀਂ ਕਰ ਸਕਦੇ। ਪ੍ਰੈਕਟੀਕਲੀ ਅਸੀਂ ਭਾਵੇਂ ਅਸੀਂ 7 ਤੋਂ 4-10 ਗਮਲਿਆਂ ਤੋਂ ਸ਼ੁਰੂ ਕਰੀਏ ਸਿੱਖਣ ਲਈ ਹੈ ਨਾ, ਵੀ ਅਸੀਂ ਆਰਗੈਨਿਕ ਤੱਤ ਕਿਵੇਂ ਪੂਰੇ ਕਰਨੇ ਇੱਕ ਪੌਦੇ ਦੇ, ਹੈ ਨਾ, ਘੱਟੋ ਘੱਟ ਸਬਜ਼ੀਆਂ ਤੋਂ ਲਾ ਲਓ, ਜਿਵੇਂ ਵੀ ਮਰਜ਼ੀ ਲਾ ਲਓ। ਉਹ ਤੋਂ ਫਿਰ ਥੋੜਾ ਅੱਗੇ ਮਤਲਬ ਕਿਚਨ ਗਾਰਡਨ ਤੱਕ ਆ ਗਏ ਆਪਾਂ, ਉਹ ਤੋਂ ਅੱਗੇ ਫਿਰ ਇੱਕ ਥੋੜਾ ਜਿਹਾ ਜ਼ਮੀਨ ਦਾ ਹਿੱਸਾ ਹੈ ਨਾ, ਜੇ ਮਤਲਬ ਕਿ ਸਾਡੇ ਕੋਲੇ 10 ਕਿੱਲੇ ਆ ਤਾਂ ਅਸੀਂ ਘੱਟੋ 3 ਸਾਲ ਤੱਕ ਵੀ ਅਸੀਂ 1 ਕਿੱਲੇ ਤੇ ਕਰਾਂਗੇ, ਤਾਂ ਮਤਲਬ ਅੱਗੇ ਜਾ ਕੇ 10 ਸਾਲ ਬਾਅਦ ਅਸੀਂ 10 ਤਾਂ ਫਿਰ ਵੀ ਨਹੀਂ ਕਰ ਸਕਦੇ, 10 ਚੋਂ 5 ਕਰ ਸਕਦੇ ਅਸੀਂ ਆਉਣ ਵਾਲੇ 10 ਸਾਲਾਂ ਤੱਕ। ਮਤਲਬ ਫਿਰ ਉਹਦਾ ਮਤਲਬ ਜਦੋਂ ਅਸੀਂ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਲਈ ਸਾਨੂੰ ਸਮੱਸਿਆਵਾਂ ਜਿਹੜੀਆਂ ਹੈਗੀਆਂ, ਕਿਉਂਕਿ ਸਾਨੂੰ ਮੁੜ ਕੇ ਮਤਲਬ 60 ਸਾਲ ਪਿੱਛੇ ਜਾਣਾ ਪੈਣਾ, 60-65 ਸਾਲ ਪਿੱਛੇ ਜਾਣਾ ਪੈਣਾ। ਉਵੇਂ ਅਸੀਂ ਕੁਦਰਤ ਦੇ ਹਾਣੀ ਹੋ ਕੇ ਚੱਲਣਾ, ਮਤਲਬ ਕੁਦਰਤ ਦੇ ਬਿਲਕੁਲ ਅਨੁਕੂਲ ਹੋ ਕੇ ਚੱਲਣਾ ਪੈਣਾ। ਹੁਣ ਅਸੀਂ ਰੈਡੀਮੇਡ ਟਾਈਪ ਕਰ ਰਹੇ ਨਾ, ਜਿਵੇਂ ਕਿ ਜਿੱਦਾਂ ਹੁਣ ਤੁਸੀਂ ਕਹਿ ਕੇ ਹਟੇ ਵੀ ਜਿਹੜੀਆਂ ਫਸਲਾਂ ਸਾਡੇ ਨਹੀਂ ਸੀਗੀਆਂ ਉਹ ਵੀ ਸਾਡੇ ਇੱਥੇ ਥੋਪੀਆਂ ਗਈਆਂ ਨਾ। ਕੁਦਰਤ ਦਾ ਸੀਗਾ ਸਾਡੇ ਕਿ ਵੀ ਜਦੋਂ ਬਰਸਾਤਾਂ ਦੇ ਵਿੱਚ ਆਪਾਂ ਕਿਹੜੀ ਫਸਲ ਬੀਜਣੀ, ਉਹਦੇ ਫਿਰ ਉਹ ਫਸਲ ਦਾ ਕਿਹੜੀ ਫਸਲ ਨੇ ਹੋਰ ਸਹਾਰਾ ਬਣਨਾ, ਕਿਉਂਕਿ ਜਦੋਂ ਉਹਦੇ ਵਿੱਚ ਨੁਕਸਾਨ ਹੋਣਾ, ਕੋਈ ਬਿਮਾਰੀ ਆਣੀ, ਉਹਨੂੰ ਮਿੱਤਰ ਕੀੜੇ ਕਿਹੜੀ ਫਸਲ ਨਾਲ ਦੇਣੇ, ਤੇ ਉਹ ਫਸਲ ਕਰਕੇ ਬਾਹਰੋਂ ਜਿਹੜੇ ਕੀਟ ਪਤੰਗੇ ਆਣੇ, ਉਹ ਜਿਹੜੀ ਖਤਰਨਾਕ ਕੀੜਿਆਂ ਨੂੰ ਖਾਣ ਲਈ ਉਹ ਕਿਹੜੀ ਫਸਲ ਕਰਕੇ ਆਣੇ, ਹਨਾ। ਉਹ ਸਾਨੂੰ ਉਹ ਚੀਜ਼ਾਂ ਕਰਨੀ ਪੈਣੀਆਂ, ਜਿਵੇਂ ਮੱਕੀ ਦੇ ਨਾਲ ਜਿੱਦਾਂ ਮਾਹ ਬੀਜ ਲਏ ਹਨਾ, ਜਾਂ ਅਸੀਂ ਕੋਈ ਹੋਰ ਦਾਲਾਂ ਬੀਜ ਲਈਆਂ ਹਨਾ, ਤੇ ਉਹ ਸਾਨੂੰ ਉਹ ਚੀਜ਼ ਹੁੰਦੀ ਇਹਦੇ ਵਿੱਚ ਕਿ ਜਿਵੇਂ ਵੀ ਅਸੀਂ ਘਰ ਦੀਆਂ ਪੂਰੀਆਂ ਲੋੜਾਂ ਅਸੀਂ ਆਪਣੇ ਇੱਕ ਖੇਤ ਚੋਂ ਪੂਰੀਆਂ ਕਰ ਸਕਦੇ। ਮਤਲਬ ਹੁਣ ਆਪਾਂ ਸਿਰਫ ਕਰਦੇ ਝੋਨਾ ਤੇ ਕਣਕ ਜਾਂ ਵੱਧ ਤੋਂ ਵੱਧ ਮੱਕੀ। ਹੁਣ ਅਸੀਂ ਤਾਂ ਕਰਦੇ ਕਿ ਕੋਈ ਸਾਨੂੰ ਪੈਸਾ ਵੱਧ ਚਾਹੀਦਾ ਸੀ, ਮਾਰਕੀਟ ਦੇ ਵਿੱਚ ਇਹਦੇ ਫਿਕਸ ਰੇਟ ਹੈਗੇ, ਝੋਨੇ ਦੇ ਵੀ ਤੇ ਕਣਕ ਦੇ ਵੀ, ਹਨਾ। ਮੱਕੀ ਦਾ ਵੀ ਲਗਭਗ ਅੱਜ ਕੱਲ ਰੇਟ ਹੈਗਾ ਆ। ਤਾਂ ਕਰਕੇ ਜਦੋਂ ਅਸੀਂ ਉਹ ਚੀਜ਼ਾਂ ਪੈਦਾ ਕਰਨੀਆਂ, ਸਭ ਤੋਂ ਪਹਿਲਾਂ ਬੀਜ ਚਲੋ ਸਾਨੂੰ ਮਿਲ ਜਾਏਗਾ ਹਨਾ, ਕੁਝ ਸਾਡੀਆਂ ਸੰਸਥਾਵਾਂ ਬਹੁਤ ਵਧੀਆ ਉਪਰਾਲਾ ਹੁੰਦਾ ਕਰ ਰਹੇ, ਅਸੀਂ ਵੀ ਚਾਹੁੰਦੇ ਕਿ ਹੋਣਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਐਂਡੇ ਹੋਣ ਵਾਲਾ ਹੋ ਗਿਆ ਇੱਕ ਤਰ੍ਹਾਂ ਜਿੱਦਾਂ ਹਨਾ। ਇੱਕ ਹਾਈਬ੍ਰਿਡ ਬੀਜ ਆਉਂਦਾ, ਉਹਦੇ ਪਿੱਛੇ 2 ਜਾਂ 3 ਬਿਮਾਰੀਆਂ ਆਉਂਦੀਆਂ, ਤੇ 3 ਬਿਮਾਰੀਆਂ ਲਈ 3 ਸਾਡੇ ਕੀਟਨਾਸ਼ਕ ਨਾਲ ਆਉਂਦੇ। ਤੇ ਜਦੋਂ ਅਸੀਂ ਆਰਗੈਨਿਕ ਵੱਲ ਜਾਣਾ, ਅਸੀਂ ਬਿਲਕੁਲ ਇਸ ਚੀਜ਼ ਨੂੰ ਖਤਮ ਕਰਨਾ ਹੈਗਾ। ਅਸੀਂ ਕੋਈ ਮਤਲਬ ਰਵਾਇਤੀ ਚੀਜ਼ ਤੇ ਆਣਾ, ਜੋ ਕੁਦਰਤ ਨੇ ਸਾਨੂੰ ਦਿੱਤਾ ਸੀ ਉਹਨੂੰ ਹੀ ਵਾਪਸ ਦੇ ਕੇ ਉਹਦੇ ਚੋਂ ਹੀ ਕੱਢਣਾ, ਮਤਲਬ ਮਿੱਟੀ ਦੇ ਨਾਲ ਹੀ ਇੱਕ ਤਰ੍ਹਾਂ ਸਾਡੀ ਜੰਗ ਹੋਣੀ ਹੈਗੀ। ਆਹ ਸੀਗਾ ਇਹਦਾ। ਤੇ ਤੁਹਾਡੇ ਕਹਿਣ ਤੋਂ ਭਾਵ ਅਸੀਂ, ਹਾਂਜੀ ਜੀ, ਤੁਹਾਡੇ ਕਹਿਣ ਤੋਂ ਭਾਵ ਇਹ ਆ ਵੀ ਅਸੀਂ ਜੇ ਕਹੀਏ ਵੀ ਇੱਕਦਮ ਸਾਰਾ ਕੁਝ ਹੋ ਜਾਵੇ, ਸਾਰਾ ਕੁਝ ਸੰਭਵ ਨਹੀਂ। ਸਾਨੂੰ ਸਟਾਰਟਿੰਗ ਘਰ ਦੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਘਰ ਦੇ ਗਮਲਿਆਂ ਤੋਂ ਲੈ ਕੇ ਘਰ ਦੀਆਂ ਕਿਆਰੀਆਂ ਤੱਕ, ਤੇ ਹੌਲੀ ਹੌਲੀ ਸਾਨੂੰ ਆਪਣੇ ਖੇਤਾਂ ਤੱਕ ਪਹੁੰਚਣਾ ਪੈਣਾ। 1-2 ਖੇਤ ਉਹ ਜੇ ਅਸੀਂ ਕਰਦੇ ਜਾਵਾਂਗੇ, ਉਹਦੇ ਨਾਲ ਸਾਨੂੰ ਤਜਰਬਾ ਵੀ ਹਾਸਲ ਹੋ ਜਾਊਗਾ,
ਸਾਨੂੰ ਪਤਾ ਲੱਗ ਜਾਵੇਗਾ ਕਿ ਕਿੱਦਾਂ ਕੀ ਕਰਨਾ ਪੈਣਾ ਕਿਹੜੀ ਚੀਜ਼ ਵਾਸਤੇ, ਕਿਉਂਕਿ ਸਾਡੇ ਵਾਸਤੇ ਸਾਰਾ ਕੁਝ ਨਵਾਂ ਹੋਣਾ। ਸੋ ਉਹਦੇ ਵਾਸਤੇ ਪੂਰਾ ਤਜਰਬਾ ਵੀ ਸਾਨੂੰ ਜਿਹੜਾ ਮਿਲ ਜਾਵੇਗਾ ਜੇ ਅਸੀਂ ਸਟੈਪ ਬਾਏ ਸਟੈਪ ਕਰੀਏ, ਕਿਉਂਕਿ ਇੱਕਦਮ ਕਰਨਾ ਸੰਭਵ ਨਹੀਂ ਤੇ ਉਹਦੇ ਬਹੁਤ ਨੁਕਸਾਨ ਹੋ ਸਕਦੇ ਆ। ਤੇ ਉਹਦੇ ਤੇ ਇਹ ਵੀ ਸੁਭਾਵਿਕ ਆ ਕਿ ਜਿਹੜਾ ਝਾੜ ਵੀ ਘਟਣਾ ਆ ਤੇ ਉਹ ਝਾੜ ਨੂੰ ਵੀ ਸਾਨੂੰ ਕੰਟਰੋਲ ਕਰਨਾ ਪੈਣਾ ਆ। ਸੋ ਜੇ ਅਸੀਂ ਕਹੀਏ, ਜਿਸ ਤਰ੍ਹਾਂ ਗੱਲ ਕਰ ਦਿੱਤੀ ਜਾਂਦੀ ਆ ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਆਹ ਫਸਲ ਆਰਗੈਨਿਕ ਆ, ਫਲਾਨਾ ਫਾਰਮ ਆ ਉਹ ਆਰਗੈਨਿਕ ਹੀ ਖੇਤੀ ਕਰ ਰਿਹਾ ਆ, ਉਹ ਆਹ ਜਿਹੜੇ ਕੋਈ ਫਰੂਟ ਆ ਜਾਂ ਆਹ ਸਬਜ਼ੀਆਂ ਇਹ ਆਰਗੈਨਿਕ ਆ। ਪਰ ਉਹ ਜਿਹੜੀਆਂ ਆਰਗੈਨਿਕ ਥੋੜ੍ਹੀਆਂ ਕਰਦੇ ਆ ਉਹ ਵੀ ਇੱਕ ਮੰਡੀਕਰਨ ਹੀ ਆ, ਉਸ ਦਾ ਵੀ ਜੇ ਅਸੀਂ ਇੱਕ ਵਪਾਰ ਹੀ ਹੈ। ਕਿਉਂਕਿ ਜੇ ਅਸੀਂ ਸੋਚੀਏ ਉਹ ਜਾਂ ਤਾਂ ਜੇ ਅਸੀਂ ਥੋੜ੍ਹਾ ਕਰਾਂਗੇ ਅਸੀਂ ਆਪਣੇ ਵਾਸਤੇ ਸੀਮਤ ਰੱਖ ਸਕਦੇ ਹਾਂ। ਸੋ ਆਪਣੇ ਵਾਸਤੇ ਸੀਮਤ ਰੱਖਾਂਗੇ ਅਸੀਂ ਤਾਂ ਤੰਦਰੁਸਤ ਹੋ ਜਾਵਾਂਗੇ, ਪਰ ਗੱਲ ਇੱਥੇ ਸਮੁੱਚੇ ਸੰਸਾਰ ਦੀ ਅਸੀਂ ਦੇਖਣੀ ਆ। ਤੇ ਉਸ ਤੋਂ ਇਲਾਵਾ ਜੇ ਅਸੀਂ ਥੋੜ੍ਹਾ ਬਹੁਤਾ ਕਰਕੇ ਉਸ ਨੂੰ ਵਪਾਰ ਦੇ ਰੂਪ ਵਿੱਚ ਵੇਚਦੇ ਹਾਂ, ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਉਸ ਦੀ ਰੇਟ ਜਿਹੜਾ ਆ ਉਹ ਬਹੁਤ ਹਾਈ ਕਰ ਦਿੱਤਾ ਜਾਂਦਾ ਆ। ਪਰ ਜੇ ਵਪਾਰ ਦੇ ਰੂਪ ਵਿੱਚ ਵੇਚਦੇ ਹੋ ਇੱਕ ਸਿਰਫ ਵਪਾਰ ਬਣ ਕੇ ਰਹਿ ਜਾਂਦਾ, ਕਿਉਂਕਿ ਉਹ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਚਲੇ ਜਾਂਦੀ ਹੈ, ਚਾਹੇ ਉਹ ਕਣਕ ਹੋਵੇ, ਚਾਹੇ ਮੱਕੀ ਆ, ਜਾਂ ਕੋਈ ਸਬਜ਼ੀਆਂ ਆ, ਜਾਂ ਕੋਈ ਫਲ ਆ, ਉਹ ਗਰੀਬ ਦੀ ਪਹੁੰਚ ਤੋਂ ਬਾਹਰ ਚਲੇ ਜਾਣਾ ਆ। ਸੋ ਗਰੀਬ ਦੀ ਪਹੁੰਚ ਵਿੱਚ ਵੀ ਰਵੇ, ਉਸ ਦਾ ਇੱਕੋ ਇੱਕ ਤਰੀਕਾ ਆ ਕਿ ਹੌਲੀ ਹੌਲੀ ਸਾਰੀ ਖੇਤੀ ਨੂੰ ਇੱਧਰਲੇ ਪਾਸੇ ਨੂੰ ਲਿਆਂਦਾ ਜਾਵੇ ਤੇ ਉਹਦੀਆਂ ਜਿਹੜੀਆਂ ਲੋੜੀਂਦੀਆਂ ਸਬਸਿਡੀਆਂ ਸਾਨੂੰ ਸਰਕਾਰਾਂ ਵੱਲੋਂ ਮਿਲਣ, ਤੇ ਤਾਂ ਹੀ ਇਹ ਇੱਕ ਸੰਭਵ ਹੋ ਸਕਦਾ ਆ। ਸੋ ਭਾਈ ਸਾਹਿਬ, ਜਿਸ ਤਰ੍ਹਾਂ ਲਾ ਲਓ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਜੇ ਸਟਾਰਟਿੰਗ ਕਰਨੀ ਆ, ਸਟਾਰਟਿੰਗ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਮੇਨ? ਭਾਈ ਸਾਹਿਬ, ਇਹਦੇ ਵਿੱਚ ਸਾਨੂੰ ਬਾਹਰੋਂ ਕੁਝ ਨਹੀਂ ਪਾਉਣਾ ਹੈਗਾ, ਸਾਨੂੰ ਕੁਝ ਵੀ ਬਾਹਰੋਂ ਲੈਣ ਦੀ ਲੋੜ ਨਹੀਂ ਹੈਗੀ। ਜਿੱਦਾਂ ਆਪਾਂ ਨੇ ਜ਼ਮੀਨ ਦਾ ਧਿਆਨ ਦੇਣਾ, ਰਸਾਇਣ ਦੇ ਵਿੱਚ ਆਪਾਂ ਦਿੰਦੇ ਪੌਦੇ ਦਾ ਧਿਆਨ, ਫਸਲ ਦਾ ਧਿਆਨ ਦਿੰਦੇ ਹਨਾ, ਵੀ ਇਹਨੂੰ ਹੁਣ ਆਹ ਬਿਮਾਰੀ ਆ ਗਈ, ਉੱਤੋਂ ਦੀ ਆਹ ਪ੍ਰੋਟੀਨ ਦੇ ਦਿਓ, ਆਹ ਬੂਸਟਰ ਪਾ ਦਿਓ, ਆਹ ਖਾਦ ਲਾ ਦਿਓ, ਆਹ ਸਪਰੇਅ ਮਾਰ ਦਿਓ ਹਨਾ। ਆਰਗੈਨਿਕ ਦੇ ਵਿੱਚ ਸਾਨੂੰ ਸਿਰਫ ਜ਼ਮੀਨ ਦਾ ਧਿਆਨ ਦੇਣਾ ਪੈਣਾ, ਜ਼ਮੀਨ ਨੇ ਆਪਣੇ ਆਪ ਸਾਨੂੰ ਪ੍ਰੋਡਕਟ ਆਰਗੈਨਿਕ ਦੇਣਾ। ਇਹਦੇ ਚ ਅਸੀਂ ਜ਼ਮੀਨ ਦੇਖਣੀ ਹੁੰਦੀ, ਰਸਾਇਣ ਦੇ ਵਿੱਚ ਆਪਾਂ ਫਸਲ ਦੀ ਉੱਤੋਂ ਮਿਲੇ, ਰਸਾਇਣ ਵਿੱਚ ਅਸੀਂ ਉੱਤੋਂ ਦੇਖਣਾ, ਇਹਦੇ ਵਿੱਚ ਅਸੀਂ ਡੂੰਘਾਈ ਚ ਜ਼ਮੀਨ ਥੱਲੇ ਜਾਣਾ ਹਨਾ। ਜ਼ਮੀਨ ਦੇ ਵਿੱਚ ਵੀ ਜਿੱਦਾਂ ਨਾ ਸਾਡੇ ਜੀਵਾਣੂ ਜਿਹੜੇ ਆ ਨਾ ਉਹ ਸਾਡੇ ਮਤਲਬ ਰਸਾਇਣਾਂ ਦੇ ਨਾਲ ਖਤਮ ਹੋ ਗਏ। ਜਿੱਦਾਂ ਨਾ ਮੋਟੀ ਤੌਰ ਤੇ ਲੱਖਾਂ ਦੇ ਅਰਬਾਂ ਦੇ ਵਿੱਚ ਬੈਕਟੀਰੀਆ ਹੁੰਦੇ ਜਿਹੜੇ, ਜੇ 1 ਕਿਲੋ ਜਾਂ ਪਾਈਆ ਮਿੱਟੀ ਚ ਵੇਖੀਏ, ਮੋਟੇ ਤੌਰ ਤੁਹਾਨੂੰ ਮੈਂ ਦੱਸਦਾ, ਜਿੱਦਾਂ ਕਾਲੇ ਭੂੰਡ ਸੀਗੇ, ਗੰਡੋਏ ਸੀਗੇ ਹਨਾ, ਉਹ ਸਾਡੇ ਮਿੱਤਰ ਕੀੜੇ ਸੀਗੇ ਹਨਾ। ਤੇ ਉਹਨਾਂ ਦੇ ਜਿਹੜਾ ਮਤਲਬ ਇੱਕ ਹੋਰ ਕਿਸਮ ਸੀਗੀ, ਜਿੱਦਾਂ 4-5 ਚੀਜ਼ਾਂ ਹੁੰਦੀਆਂ ਜਿਹੜੀਆਂ ਮਿੱਤਰ ਕੀੜੇ, ਉਹ ਸਾਡੇ ਲਗਭਗ ਖਤਮ ਹੋ ਗਏ। ਸਾਡੇ ਜਿਹੜੀਆਂ ਮਿੱਤਰ ਕੀੜੇ, ਹਾਂਜੀ ਤੁਹਾਡੀ ਗੱਲ ਟੋਕਦਾ, ਮਿੱਤਰ ਕੀੜੇ ਤਾਂ ਵੈਸੇ ਵੀ ਅਸੀਂ ਜਿਹੜਾ ਨਾੜਾਂ ਨੂੰ ਅੱਗ ਲਾਉਨੇ ਆ ਉਹਦੇ ਵਿੱਚ ਅਸੀਂ ਜਿਹੜੇ ਮਿੱਤਰ ਕੀੜੇ ਤਾਂ ਉਦੋਂ ਵੀ ਬਹੁਤ ਸਾਰੇ ਫੂਕ ਦਿੰਦੇ ਆ। ਉਸ ਤੋਂ ਇਲਾਵਾ ਜਿਹੜੇ ਅਸੀਂ ਕੀਟਨਾਸ਼ਕ ਦਵਾਈਆਂ ਪਾਉਨੇ ਆ, ਉਹ ਕੀਟਨਾਸ਼ਕ ਦਵਾਈਆਂ ਨਾਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਤਾਂ 85% ਸਾਡੇ ਵਿੱਚ ਉਹਦੇ ਮਿੱਤਰ ਕੀੜੇ ਹੁੰਦੇ ਤੇ 15% ਜਿਹੜੇ ਹੁੰਦੇ ਆ ਨੁਕਸਾਨ ਕਰਨ ਵਾਲੇ। ਉਹ ਅਸੀਂ ਨੁਕਸਾਨ ਕਰਨ ਵਾਲਿਆਂ ਨੂੰ ਕੀਟਨਾਸ਼ਕ ਏਡੀਆਂ ਸਟਰੋਂਗ ਦਵਾਈਆਂ ਪਾ ਕੇ 85% ਨਾਲ ਦੇ ਮਿੱਤਰ ਕੀੜੇ ਵੀ ਅਸੀਂ ਉਹ ਨਸ਼ਟ ਕਰ ਦਈਦੇ ਆ ਜੀ। ਹਾਂਜੀ, ਇਸੇ ਕਰਕੇ ਨਾ ਮਤਲਬ ਧਰਤੀ ਨੂੰ ਕਿ ਜਿਉਂ ਦਾ ਮਾਦਾ ਮੰਨਿਆ ਜਾਂਦਾ, ਵੀ ਧਰਤੀ ਜਿਉਂਦੀ ਆ ਹਨਾ। ਮਤਲਬ ਇਹਦੇ ਵਿੱਚ ਜਿੱਦਾਂ ਉਹ ਇਹਦੀ ਜਿਹੜੀ ਅਸੀਂ ਧਰਤੀ ਨੂੰ ਮਾਰ ਦਿੱਤਾ ਇੱਕ ਤਰ੍ਹਾਂ, ਮਤਲਬ ਰਸਾਇਣਾਂ ਦੇ ਨਾਲ ਅਸੀਂ ਧਰਤੀ ਨੂੰ ਜਿਉਂਦਾ ਕਰਨਾਗਾ। ਜਿਉਂਦਾ ਕਿੱਦਾਂ ਕਰਨਾ? ਹਾਂਜੀ, ਅਸੀਂ 60 ਤੋਂ ਪਹਿਲਾਂ ਵਾਲੇ ਉਹਦੇ ਚ ਜਾਣ ਲਈ ਸਾਨੂੰ ਉਵੇਂ ਦੇ ਬਣਨ ਲਈ ਸਾਨੂੰ ਇੱਕ ਖੇਤ ਤੋਂ ਸ਼ੁਰੂ ਕਰਕੇ, ਮਤਲਬ ਅਸੀਂ ਇਹ ਵੇਖਣਾ ਕਿ ਆਹ ਮੇਰਾ ਖੇਤ ਹੈ, ਅੱਜ ਤੋਂ ਮੈਂ ਮਿਥ ਲਿਆ ਕਿ ਇੱਥੇ ਮੈਂ ਕੋਈ ਵੀ ਰਸਾਇਣ ਨਹੀਂ ਵਰਤਣਾ ਹੈਗਾ। ਤੇ ਫਿਰ ਉਹਦੇ ਵਿੱਚ ਮੈਂ ਉਹਦੀ ਲੋੜ ਕਿੱਦਾਂ ਪੂਰੀ ਕਰਨੀ? ਉਹਦੀ ਲੋੜ ਕਰਨੀ ਸਭ ਤੋਂ ਪਹਿਲਾਂ ਵੀ ਮੈਂ ਮਤਲਬ ਰੀਸਾਈਕਲ ਸਿਸਟਮ ਜਿਹੜਾ ਨਾ ਅਸੀਂ ਧਰਤੀ ਨੂੰ ਦੇਣਾ, ਤੇ ਧਰਤੀ ਨੇ ਆਪਣੇ ਆਪ ਸਾਨੂੰ ਉਹਦੇ ਚੋਂ ਸਾਡਾ ਬਣਦਾ ਦੇ ਦੇਣਾ ਸਾਨੂੰ ਵਾਪਸ। ਜਿੱਦਾਂ ਕਿ ਹਰੀ ਖਾਦ ਹੋ ਗਈ, ਹਰੀ ਖਾਦ ਮਤਲਬ ਹੋ ਗਿਆ ਜੰਤਰ ਹੋ ਗਿਆ, ਜਿੱਦਾਂ ਸਣੀ ਹੋ ਗਈ, ਸੰਦੂਕੜਾ ਹੋ ਗਿਆ, ਜਿੱਦਾਂ ਆਪਾਂ ਰੱਸੀਆਂ ਬਣਦੇ ਚ ਅੱਗੇ ਨਾ, ਤੇ ਫਲੀਦਾਰ ਕੋਈ ਵੀ ਚੀਜ਼ ਹੋ ਗਈ ਹੈ ਨਾ, ਉਹਨੂੰ ਅਸੀਂ ਉਗਾਵਾਂਗੇ ਤੇ ਅਸੀਂ ਉਹਨੂੰ ਵਰਤ ਵੀ ਸਕਦੇ। ਉਹਦਾ ਜਿਹੜਾ ਵੇਸਟ ਹੈ, ਜਿੱਦਾਂ ਮਤਲਬ ਸਾਣਾ ਹੈ ਨਾ, ਉਹਦਾ ਛਿਲਕਾ ਲਾ ਲਿਆ ਔਰ ਸਾਡੀ ਬਾਣਲੀ ਵਰਤੋਂ ਚ ਆ ਗਿਆ, ਜਿਹੜਾ ਬਾਕੀ ਆ ਉਹਨੂੰ ਵੇਸਟ ਨੂੰ ਅਸੀਂ ਵਿੱਚ ਮਿਲਾ ਦਾਂਗੇ। ਤੇ ਉਹ ਤੋਂ ਬਾਅਦ ਜੰਤਰ ਆ ਗਿਆ ਹਨਾ ਜੀ, ਜੰਤਰ ਹੈ ਜਿੱਦਾਂ ਮਤਲਬ ਕੁਛ ਅਸੀਂ ਉਹਨੂੰ ਵਰਤ ਸਕਦੇ, ਕੁਛ ਅਸੀਂ ਵਿੱਚ ਵਾਧ ਹੀ ਆ ਨਾ। ਜਿੱਦਾਂ ਅਸਲ ਚ ਅਸੀਂ ਧਰਤੀ ਨੂੰ ਜੀਣਾ ਕਰਨ ਲਈ ਮੁੜ ਕੇ ਜਿੰਨਾ ਧਰਤੀ ਨੂੰ ਪ੍ਰੋਟੀਨ ਚਾਹੀਦਾ, ਨਾਈਟ੍ਰੋਜਨ ਚਾਹੀਦੀ, ਅਸੀਂ ਉਹਨੂੰ ਹਰੇ ਮਾਦਾ ਰਾਹੀਂ ਦੇਣਾ, ਮਤਲਬ ਹਰੀਆਂ ਚੀਜ਼ਾਂ ਰਾਹੀਂ ਦੇਣਾ ਉਹਨੂੰ। ਤੇ ਉਹ ਕੀ ਹੈ ਉਹਦੇ, ਉਹ ਪਹਿਲਾ ਪ੍ਰੋਸੈਸ ਇਹ ਹੋ ਗਿਆ ਜੀ।
ਉਸ ਤੋਂ ਬਾਅਦ ਜੀ ਜਦੋਂ ਆਪਾਂ ਨੇ ਫਿਰ ਅਸੀਂ ਬਜਾਏ ਮਤਲਬ ਅਸੀਂ ਜਦੋਂ ਅਸੀਂ ਖੇਤ ਵਾਹਣਾ ਹੈਗਾ, ਅਸੀਂ ਪੂਰੀ ਗਰਮੀ ਦੇ ਵਿੱਚ ਵਾਹਣਾ ਵੀ ਜਿਹੜੇ ਸਾਡੇ ਦੁਸ਼ਮਣ ਕੀੜੇ ਆ ਉਹ ਸਾਡੇ ਮਰ ਜਾਣ ਗਰਮੀ ਦੇ ਨਾਲ, ਹਨਾ ਜੀ। ਇਹਦੇ ਜੀ ਵਿੱਚ ਇਹ ਪ੍ਰੋਸੈਸ ਹੁੰਦਾ। ਜਦੋਂ ਅਸੀਂ ਫਿਰ ਮੁੜ ਕੇ ਕਹਿੰਦੇ ਜ਼ਮੀਨ ਠੰਡੀ ਕਰਨੀ, ਮਤਲਬ ਜਦੋਂ ਸਾਡੀ ਬੱਤ 'ਚ ਜ਼ਮੀਨ ਲਿਆਣੀ ਵੀ ਮੋਇਸਚਰਾਈਜ਼, ਮਤਲਬ ਟੈਂਪਰੇਚਰ ਉੱਥੇ ਲੈ ਕੇ ਆਣਾ ਜਿੱਥੋਂ ਸਾਡਾ ਬੀਜ ਨੇ ਪੁੰਗਰਨਾ ਹੈ ਨਾ। ਪੁੰਗਰ ਦੇ ਨਾਲ ਜੀ ਅਸੀਂ ਉਹ ਫਿਰ ਸੈੱਲ ਸਾਰੇ ਪੂਰੇ ਕਰਨੇ ਜੀਵਾਣੂ। ਉਹਦੇ ਲਈ ਫਿਰ ਜੀ ਆਪਾਂ ਨੇ ਇੱਕ ਤਾਂ ਹਰੀਆਂ ਚੀਜ਼ਾਂ ਹੋ ਗਈਆਂ, ਦੂਜਾ ਅਸੀਂ ਫਿਰ ਬਾਹਰੋਂ ਇਹਨਾਂ ਤੋਂ ਹੀ ਜਿੱਦਾਂ ਧਰਤੀ ਉਹ ਜਿਹੜੀ ਚੀਜ਼ ਪੈਦਾ ਹੋਈ ਵੀ, ਤੁਸੀਂ ਲਾ ਲਓ ਖਾਲ ਲਾ ਲਓ, ਬੜੇਮਿਆਂ ਦੀ ਖਾਲ ਲਾ ਲਓ, ਤੁਸੀਂ ਸਰੋਂ ਦੀ ਖਾਲ ਲਾ ਲਓ, ਹਨਾ ਜੀ। ਤੁਸੀਂ ਕੋਈ ਵੀ ਜੀ ਹਰੀ ਚੀਜ਼ ਲਾ ਲਓ ਜਿਹੜੀ ਕਿ ਜੀ ਆਪਾਂ ਉਹਨੂੰ ਉਸ ਧਰਤੀ 'ਚ ਪਾ ਕੇ ਮਿੱਟੀ ਨੂੰ ਤਿਆਰ ਕਰਕੇ ਆਪਾਂ ਬਿਜਾਈ ਸ਼ੁਰੂ ਕਰਤੀ। ਅਸੀਂ ਕੋਈ ਜੀ ਰਸਾਇਣ ਨਹੀਂ ਦਿੱਤਾ ਹੈਗਾ ਪਹਿਲੇ ਸਾਲ। ਮਤਲਬ ਜੀ ਪਹਿਲੇ ਸਾਲ ਕੀ ਪਹਿਲੇ ਵਾਰੀ ਜਿੱਦਾਂ ਹਨਾ ਜਦੋਂ ਸ਼ੁਰੂ ਕਰਨਾ, ਫਿਰ ਸਾਨੂੰ ਜੀ ਸਮੱਸਿਆ ਉੱਥੇ ਕੀ ਆਣੀ ਕਿ ਉਹਦੀ ਨਦੀਨ ਦੀ ਬਹੁਤ ਆਣੀ ਹੈ ਨਾ। ਨਦੀਨ ਜੀ ਦਾ ਇੱਕ ਪਹਿਲਾ ਫਾਰਮੂਲਾ ਇਹਦੇ 'ਚ ਹੁੰਦਾ ਕਿ ਅਸੀਂ 2 ਵਾਰੀ ਖੇਤ ਨੂੰ ਰੋਣੀ ਕਰੀਏ, 2 ਵਾਰੀ ਗਿੱਲਾ ਹਾਂਜੀ ਕਰੀਏ ਬੀਜਣ ਤੋਂ ਪਹਿਲਾਂ ਕਣਕ ਦੀ ਵਾਰੀ। ਜੀ ਮਤਲਬ ਨਦੀਨ ਨੂੰ ਪਹਿਲੇ ਉਗਾ ਦਈਏ ਧਰਤੀ 'ਚ ਅਸੀਂ। ਜਦੋਂ 2 ਵਾਰੀ ਉੱਗ ਗਿਆ, ਤੀਜੀ ਵਾਰੀ ਫਿਰ ਅਸੀਂ ਤੀਜੀ ਵਾਰੀ ਬਿਜਾਈ ਕਰੀਏ। ਉਸ ਤੋਂ ਬਾਅਦ ਫਿਰ ਅੱਗੇ ਗੋਡੀ ਕਰਨੀ ਪੈਣੀ ਸਾਨੂੰ, 1 ਜਾਂ 2 ਗੋਡੀਆਂ ਕਰਨੀਆਂ ਪੈਣੀਆਂ ਨਾ ਜੀ ਉਹਨੂੰ ਹਰਿਆ ਮਤਲਬ ਨਦੀਨ ਨੂੰ ਕੱਢਣ ਲਈ। ਤੇ ਜੀ ਫਿਰ ਵੀ ਜੇ ਹਾਂ ਉਹ ਹੋ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਕਿ ਸਾਡੇ ਵਿਰੋਧੀ ਕੀੜੇ ਆ ਜਿੱਦਾਂ ਹਨਾ, ਦੁਸ਼ਮਣ ਕੀੜੇ ਆ ਜਿਹੜੇ, ਉਹਨਾਂ ਨੇ ਜੀ ਅਟੈਕ ਕਰਨਾ। ਉਹਦੇ ਲਈ ਫਿਰ ਸਾਨੂੰ ਉਹਦੇ ਵਿੱਚ ਮਿੱਤਰ ਕੀੜੇ ਪੈਦਾ ਕਰਨ ਲਈ ਸਾਨੂੰ ਕ੍ਰੌਪ ਸਿਸਟਮ, ਮਤਲਬ ਕਿ ਜੇ ਅਸੀਂ ਇੱਕ ਲਾਈਨ 'ਚ ਕਣਕ ਬੀਜੀ ਤੇ ਦੂਜੀ ਲਾਈਨ 'ਚ ਆਪਾਂ ਛੋਲੇ ਬੀਜਾਂਗੇ ਜਾਂ ਕੋਈ ਜੀ ਮਸਰ ਬੀਜਾਂਗੇ, ਮਤਲਬ ਕੋਈ ਵੀ ਚੀਜ਼ ਬੀਜਾਂਗੇ ਜਿਹਦੇ ਨਾਲ ਉਹ ਚੀਜ਼ ਨਾਲ ਆਟੋਮੈਟਿਕ ਸਰਕਲ, ਮਤਲਬ ਕਿਸੇ ਚੀਜ਼ ਨੇ ਦੇਣਾ ਕਿਸੇ ਨੇ ਲੈਣਾ, ਆਪਸ 'ਚ ਉਹਨਾਂ ਦਾ ਮਤਲਬ ਕਵਰ ਹੋ ਜਾਣਾ ਸਾਰਾ ਸਿਸਟਮ। ਤੇ ਜੀ ਉਹ ਸਾਡੇ ਮਤਲਬ ਉਹ ਤੱਤ ਜਿਹੜੇ ਅਸੀਂ ਬਾਹਰੋਂ ਦੇਣੇ ਸੀ ਉਹ ਧਰਤੀ 'ਚੋਂ ਮਿਲਣੇ ਸ਼ੁਰੂ ਹੋ ਗਏ। ਜਦੋਂ ਅੱਗੇ ਪਾਣੀ ਦੀ ਵਾਰੀ ਆਣੀ, ਫਿਰ ਅਸੀਂ ਦੇਖਣਾ ਕਿ ਅਸੀਂ ਪਾਣੀ ਵੀ ਮਤਲਬ ਇੱਕ ਤਾਂ ਹੁਣ ਤੁਸੀਂ ਫਿਰ ਉਹੀ ਗੱਲ ਆ ਗਈ ਨਾ ਵੀ ਅਸੰਭਵ ਕਿਉਂ ਹੈ। ਹੁਣ ਪਾਣੀ ਤੁਹਾਡੇ ਸਾਹਮਣੇ ਹੈ ਵੀ ਕੀ ਚੱਲ ਰਿਹਾ ਸਾਡੇ, ਹਨਾ। ਜੀ ਮਤਲਬ ਬੋਰਾਂ ਦਾ ਪਾਣੀ ਕਿੰਨਾ ਸਾਡਾ ਅੱਜ ਸਾਡੇ ਏਰੀਏ ਦੀ ਗੱਲ ਕੀਤੀ ਜਾਵੇ, ਜਿਹੜੇ ਸਾਡੇ 20 ਫੁੱਟ ਤੇ ਬੋਰ ਸੀ ਉਹ ਹੈਗਾ ਸੀ 80 ਤੇ 90 TDS ਤੇ। ਜਿਹੜੇ ਸਾਡੇ ਹਾਂਜੀ 300-400 ਫੁੱਟ ਬੋਰ ਨਵੇਂ ਹੋਏ ਅੱਜ ਕੱਲ, ਉਹਨਾਂ ਦਾ 400 ਤੋਂ ਲੈ ਕੇ 450 ਤੱਕ DDS ਹੈ ਪਾਣੀ ਦਾ, ਹਨਾ। ਤੇ ਜੀ ਜੇ ਤਾਂ ਓਪਰਾ ਬੋਰ ਹੁੰਦਾ ਫਿਰ ਤਾਂ ਚਲੋ ਠੀਕ ਹੈ। ਹੁਣ ਉਹਦੇ ਲਈ ਅਸੀਂ ਪਾਣੀ ਨੂੰ ਅਸੀਂ ਹੁਣ ਫਿਲਟਰ ਨਹੀਂ ਕਰ ਸਕਦੇ। ਉਹਦੇ ਲਈ ਇੱਕ ਤਰੀਕਾ ਹੁੰਦਾ ਕਿ ਆਪਾਂ ਇੱਕ ਪੌਂਡ ਪੱਟ ਲੈਂਦੇ ਹਾਂ ਨਾ ਜੀ, ਮਤਲਬ ਇੱਕ ਜੀ ਖੇਤ ਦੇ ਵਿੱਚ ਮੀਂਹ ਦਾ ਪਾਣੀ ਆਪਾਂ ਇਕੱਠਾ ਕਰ ਲੈਂਦੇ ਉਹਦੇ ਵਿੱਚ। ਮੀਂਹ ਦੇ ਪਾਣੀ ਨੂੰ ਅਸੀਂ ਫਿਰ ਫਸਲ ਹੀ ਵਰਤਦੇ ਹੈਗੇ, ਹਨਾ। ਤੇ ਇਹ ਜੀ ਫਾਰਮੂਲਾ ਹੁੰਦਾ ਪਿਓਰ ਆਰਗੈਨਿਕ ਵੱਲ ਆਉਣ ਲਈ। ਮਤਲਬ ਇਹ ਜਾਣੀ ਕਿ ਮੈਥਡ ਹੈਗਾ ਜਿੱਦਾਂ ਲੋਕੀ ਮਤਲਬ ਥੋੜੇ ਬਹੁਤ 1-2% ਜਿਹੜੇ ਕਰਦੇ ਉਹ ਇਹ ਫਾਰਮੂਲੇ ਦੇ ਨਾਲ ਕਰ ਰਹੇ ਆ ਜਿੱਦਾਂ, ਹਨਾ। ਪਰ ਜੀ ਜੇ ਤੁਸੀਂ ਚਾਹੋਗੇ ਚੱਲ ਐਡਾ ਵੀ ਨਹੀਂ ਕੋਈ ਨਹੀਂ, ਹਨਾ, ਵੀ ਜ਼ਹਿਰ ਹੁੰਦਾ, ਕੁਛ ਜ਼ਹਿਰ ਸਾਡਾ ਵੇਸਟ ਹੋ ਜਾਂਦਾ, ਹਜਮ ਜੀ ਕਰ ਜਾਂਦਾ ਪੌਦਾ, ਉਹ ਸਾਨੂੰ ਇੰਨਾ ਜੀ ਨੁਕਸਾਨ ਨਹੀਂ ਦਿੰਦਾ ਹੈਗਾ। ਪਾਣੀ ਦਾ ਚਲੋ ਜਿਹੜਾ ਮਰਜ਼ੀ ਉਹ ਸਾਡੀ ਸਮੱਸਿਆ ਹੱਲ ਹੋ ਗਈ। ਫਿਰ ਅਸੀਂ ਦੇਖਣਾ ਕਿ ਮਤਲਬ ਜਦੋਂ ਸਾਡੀ ਦਾਲ ਪਹਿਲਾਂ ਪੱਕ ਜਾਣੀ ਹੈ ਨਾ ਜੀ, ਅਸੀਂ ਦਾਲ ਦੇ ਨਾੜ ਨਹੀਂ ਪੁੱਟਣੀ, ਅਸੀਂ ਉਹਦਾ ਫਲ ਤੋੜਨਾ, ਸਿਰਫ ਤੋਂ ਸਿਰਫ ਜੀ ਫਲ ਚੁਣਨਾ ਆਪਾਂ ਨੇ। ਉਹ ਬਾਕੀ ਉਹ ਚੀਜ਼ ਏਦਾਂ ਹੀ ਛੱਡ ਦੇਣੀ। ਅਗਲੀ ਜਿਹੜੀ ਜਦੋਂ 3 ਫਸਲ ਲਾਣੀ ਹੈ ਉਹ 12 ਵਾਰੀ ਪੱਕਣੀ ਹੈ ਨਾ, ਉਹਦਾ ਆਹੀ ਮੈਥਡ ਹੈ। ਪੱਕਣ ਵੇਲੇ ਕੁਝ ਜੀਵਾਣੂ ਜਿਹੜੇ ਹੈ ਨਾ ਉੱਥੇ ਇਕੱਠੇ ਹੋਣੇ, ਜਿਹੜੇ ਬਾਹਰ ਹਰੇ ਵੇਲੇ ਪੌਦੇ ਦੇ ਉੱਪਰ ਸੀਗੇ ਨਾ ਆਟੋਮੈਟਿਕ ਉਹ ਜੜ੍ਹਾਂ ਤੇ ਚਲ ਜਾਣੇ, ਨਾਈਟ੍ਰੋਜਨ ਥੱਲੇ ਚਲ ਜਾਣੀ। ਉਸ ਟਾਈਮ ਕਣਕ ਨੂੰ ਸਭ ਤੋਂ ਵੱਧ ਲੋੜ ਹੁੰਦੀ ਜਦੋਂ ਕਣਕ 'ਚ ਦਾਣਾ ਬਣਨਾ। ਉਹ ਫਸਲ ਨੇ ਸੁੱਕਣਾ, ਮਤਲਬ ਜਿੱਦਾਂ ਮਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਤਾਂ ਮਾਂ ਸੁੱਕਦੀ ਜਾਂਦੀ, ਬੱਚਾ ਤੰਦਰੁਸਤ ਹੁੰਦਾ ਜਾਂਦਾ। ਜਦੋਂ ਦਾਲ ਨੇ ਮਤਲਬ ਸਿੱਧੇ ਤੌਰ ਤੇ ਕਹਾਂ ਦਾਲ ਨੇ ਸੁੱਕਣਾ, ਆਪਾਂ ਦਾਲ ਦਾ ਫਲ ਤੋੜ ਲਿਆ, ਦਾਲ ਦਾ ਸੁੱਕਦਾ ਜੜ ਵੱਲ ਜਾਣਾ, ਉਹ ਸਾਰੀ ਬਾਹਰਲੀ ਜਿੰਨੀ ਉਹਨੇ ਜਮ੍ਹਾਂ ਕੀਤੀ ਸੀ ਸਾਰੀ ਨਾਈਟ੍ਰੋਜਨ ਉਹਨੇ ਜੜ ਕਣਕ ਨੂੰ ਦੇ ਦੇਣੀ ਹੈ ਨਾ। ਕਣਕ ਤੰਦਰੁਸਤ ਹੋ ਗਈ, ਕਣਕ ਦੇ ਦਾਣਾ ਬਣ ਗਿਆ, ਦਾਣਾ ਪੱਕ ਗਿਆ। ਤੇ ਫਿਰ ਸਾਨੂੰ ਉੱਲੀ ਦੇ ਉਸ ਟਾਈਮ ਉੱਲੀ ਨਾਸ਼ਕ ਜਿਹੜੇ ਹੁੰਦੇ ਨਾ, ਕਿ ਸਾਨੂੰ ਉਸ ਟਾਈਮ ਇੱਕ ਅਟੈਕ ਹੁੰਦਾ ਹੈ ਜਿਹਨੂੰ ਕਹਿੰਦੇ ਆਪਾਂ ਫੰਗਸ ਵਾਲੀ ਜਿਹੜੀ ਸਾਡਾ ਕੋਈ ਮਤਲਬ ਬਿਮਾਰੀ ਆਉਂਦੀ ਹੈ ਨਾ, ਉਹ ਇੱਕ ਵਾਰੀ ਕਈ ਵਾਰੀ ਜਿੱਦਾਂ ਕਾਂਗਿਆਰੀ ਕਹਿ ਦਿੰਦੇ ਜਾਂ 3-4 ਨਾਂ ਆ, ਅਲੱਗ-ਅਲੱਗ ਨਾਂ ਆ। ਹੁਣ ਮੈਂ ਮਤਲਬ ਅਸੀਂ ਕੁਝ ਹੋਰ ਕਹਿੰਦੇ ਹੋਵਾਂਗੇ ਨਾ, ਕੋਈ ਹੋਰ ਕਿੱਦਾਂ ਹੋਰ ਕਹਿੰਦਾ ਹੋਏਗਾ। ਉਹਦੇ ਲਈ ਫਿਰ ਆਪਾਂ ਨੂੰ ਹੁੰਦਾ ਵੀ ਜਿਹੜੀ ਸਾਡੀ ਲੱਸੀ ਹੁੰਦੀ ਨਾ ਘਰੇ, ਖੱਟੀ ਲੱਸੀ ਨੂੰ ਆਪਾਂ ਨੇ ਖੱਟੀ ਕਰਨਾ, ਘੱਟੋ ਘੱਟ ਅਸੀਂ 15 ਤੋਂ 20 ਦਿਨ ਉਹਨੂੰ ਬੰਨ ਕੇ ਰੱਖ ਦੇਣਾ ਹੁੰਦਾ ਹੈਗਾ ਜੀ। ਤੇ ਜਦੋਂ 15 ਦਿਨ ਬਾਅਦ ਆਪਾਂ ਉਹਨੂੰ ਖੋਲਣਾ, ਖੋਲ ਕੇ ਅਸੀਂ ਉਹਨੂੰ ਪੁਣ ਲੈਣਾ ਜਿੱਦਾਂ, ਹਨਾ ਜੀ। ਪੁਣ ਕੇ ਫਿਰ ਅਸੀਂ 1 ਲੀਟਰ ਲੱਸੀ ਤੇ 15 ਲੀਟਰ ਪਾਣੀ, ਮਤਲਬ ਲਗਭਗ ਜਿਹੜੀ ਢੋਲੀ ਹੁੰਦੀ ਸਾਡੀ ਸਪਰੇ ਵਾਲੀ, ਅਸੀਂ ਉਹ 8 ਲੀਟਰ ਲੱਸੀ ਨਾਲ 1 ਏਕੜ ਦੇ ਵਿੱਚ ਛਿੜਕਾਅ ਕਰ ਸਕਦੇ। ਉਹਦੇ ਨਾਲ ਸਾਡੇ ਉੱਲੀ ਵਾਲੇ ਜਿਹੜੇ ਕੁਝ ਹੋਰ ਮਤਲਬ ਖਤਰਨਾਕ ਚੀਜ਼ਾਂ ਉਹ ਖਤਮ ਹੋ ਜਾਣੀਆਂ, ਤੇ ਉਹਦੇ ਉਲਟ ਉਹਨੇ ਵੀ ਮਿੱਤਰ ਕੀੜੇ ਬਣਾ ਲੈਣੇ ਨਾਲ। ਠੀਕ ਹੈ। ਤੇ ਜਦੋਂ ਉਹਨੇ ਮਤਲਬ ਪੌਦੇ ਤੇ ਜਾ ਕੇ ਨਾ ਇੱਕ ਵਾਰੀ ਪਹਿਲਾਂ ਉਹਨੂੰ ਗਿੱਲੇ ਨੇ ਗਿਰਨਾ, ਹੌਲੀ ਹੌਲੀ ਉਹਨੇ ਸੁੱਕਦੀ ਜਾਣਾ, ਹਨਾ।
ਜਿੱਦਾਂ ਜਿੱਦਾਂ ਉਹਨੇ ਸੁੱਕਦੀ ਜਾਣਾ ਉਹਨੇ ਮਿੱਤਰ ਕੀੜੇ ਆਪਣੇ ਵੱਲ ਆਕਰਸ਼ਿਤ ਕਰਨੇ ਹੁੰਦੇ ਆ ਜੀ। ਜੀ ਇਹ ਮਤਲਬ ਪ੍ਰੋਪਰ ਮੈਥਡ ਹੈ। ਫਿਰ ਅੱਗੇ ਅੱਗੇ ਆ ਗਈ ਵਾਢੀ, ਹਨਾ, ਆਪਾਂ ਨੇ ਵਾਢੀ ਕਰ ਲਈ। ਵਾਢੀ ਕਰਕੇ ਵੀ ਅਸੀਂ ਉਹਨੂੰ ਫਸਲ ਨੂੰ ਅਲੱਗ ਰੱਖਣਾ, ਕਿਉਂਕਿ ਆਪਾਂ ਅੱਗੇ ਤੋਂ ਉਹਦਾ ਬੀਜ ਵੀ ਤਿਆਰ ਕਰਨਾ, ਉਹਨੂੰ ਸੋਧਣਾ, ਨੈਕਸਟਲੀ ਉਹਦਾ ਬੀਜ ਤਿਆਰ ਕਰਨਾ। ਪਰ ਇਹ ਜੀ ਬੀਜ ਸਾਡਾ ਅਗਲੀ ਵਾਰੀ ਸਿੱਧਾ ਤੌਰ ਤੇ ਨਹੀਂ ਬਣਨਾ ਹੈਗਾ। ਬੀਜ ਸਾਡਾ ਸਹੀ ਬਣਨਾ ਜਦੋਂ ਚੌਥੇ ਸਾਲ ਦੀ ਫਸਲ ਹੋਏਗੀ। ਮੈਂ ਤੁਹਾਨੂੰ ਪਹਿਲਾਂ ਜੀ ਹੀ ਸਪਸ਼ਟ ਕਰਦਾ ਨਾ। ਇਹ ਜੀ ਜਿਹੜਾ ਇਹ ਹੈ ਮਤਲਬ ਇਹ ਸਾਡਾ ਰਸਾਇਣ ਦੇ ਨਾਲੋਂ 80% ਵਧੀਆ ਹੋਏਗਾ ਹਾਂਜੀ ਜਿਹੜਾ ਇਹ ਸਾਡਾ ਅਨਾਜ ਹੋਏਗਾ। ਤੇ ਅਗਲੀ ਵਾਰੀ ਕਰਦੇ 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 ਅਸੀਂ ਅੱਗੇ ਵਧੇ ਜਾਣਾ, ਮਤਲਬ ਦੂਜੀ ਫਸਲ, ਤੀਜੀ ਫਸਲ, ਚੌਥੀ ਫਸਲ, ਪੰਜਵੀਂ, ਛੇਵੀਂ ਤੇ ਜਾ ਕੇ ਜਦ ਸਾਡਾ ਪ੍ਰੋਸੈਸ ਪੂਰਾ ਹੋ ਗਿਆ, ਫਿਰ ਅਸੀਂ ਸਾਡੇ ਨਾ ਪੂਰੇ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਸੰਸਥਾਵਾਂ ਨੇ, ਮਤਲਬ ਉਹ ਲਾ ਲਓ ਤੁਸੀਂ, ਉਹ ਸੰਸਥਾਵਾਂ ਇਦਾਂ ਨਹੀਂ ਕਹਿ ਸਕਦੇ ਇੰਡੀਆ ਗਵਰਨਮੈਂਟ ਦੇ ਨਹੀਂ, ਉਹ ਵਰਲਡ ਵਾਈਡ ਹੈ। WHO ਲਾ ਲਓ, ਉਹਨਾਂ ਦੇ ਵੱਲੋਂ ਅੱਗੇ ਜਾਂ ਕੋਈ ਹੋਰ ਜਿਹੜੇ ਮਤਲਬ ਵੱਡੇ ਲੈਵਲ ਦੀਆਂ ਉਹਨਾਂ ਦੀਆਂ ਬ੍ਰਾਂਚਾਂ ਹੈਗੀਆਂ ਹਰ ਸਟੇਟ ਦੇ ਵਿੱਚ। ਜਿੱਦਾਂ ਮਤਲਬ ਚੰਡੀਗੜ੍ਹ ਹੈਗਾ, ਦਿੱਲੀ ਹੈਗਾ, ਆਪਾਂ ਉਹ ਅਲੱਗ-ਅਲੱਗ ਨੇ, ਬਹੁਤ ਨਾਂ ਨੇ ਉਹਦੇ, ਅਲੱਗ-ਅਲੱਗ ਵੱਖਰੇ ਨਾਮ ਨੇ ਉਹਨਾਂ ਦੇ। ਅਸੀਂ ਉਹਨਾਂ ਜੀ ਤੱਕ ਪਹੁੰਚ ਕਰਨੀ ਹੈ ਨਾ, ਤੇ ਅਸੀਂ ਸਿੱਧੇ ਤੌਰ ਤੇ ਈਮੇਲ ਰਾਹੀਂ ਜਾਂ ਨੈਟ ਤੋਂ ਦੇਖ ਕੇ ਉਹਨਾਂ ਨਾਲ ਪਹੁੰਚ ਕਰੀਏ। ਉਹਨਾਂ ਨੇ ਸਾਡੇ ਕੋਲ ਆਉਣਾ, ਉਹਨਾਂ ਨੇ ਸਾਡੀ ਮਿੱਟੀ ਨੂੰ ਟੈਸਟ ਕਰਨਾ, ਉਹਨਾਂ ਨੇ ਸਾਨੂੰ ਦੱਸਣਾ ਕਿ ਹਾਂ ਹੁਣ ਇਹ ਤੁਹਾਡੀ ਆਰਗੈਨਿਕ ਹੈਗੀ ਆ, ਤੇ ਹਾਂਜੀ ਫਿਰ ਉਹਨੇ ਸਾਡੀ ਫਸਲ ਲੈਬ 'ਚ ਭੇਜਣੀ। ਫਸਲ ਲੈਬ 'ਚ ਭੇਜ ਕੇ ਫਿਰ ਉਹਨਾਂ ਨੇ ਸਾਨੂੰ ਇੱਕ ਸਰਟੀਫਿਕੇਟ ਦੇ ਦੇਣਾ ਹੁੰਦਾ ਕਿ ਆਹ ਕਿਸਾਨ ਹੈ, ਇਹਦਾ ਇੰਨਾ ਰਕਬਾ ਹੈ ਜਿਹੜਾ ਇਹ ਜੈਵਿਕ ਵੱਲ ਨੂੰ ਵੱਧ ਰਿਹਾ। ਕਲੀਅਰ ਨਹੀਂ ਹੋਣਾ ਕਿ ਵੀ ਆਰਗੈਨਿਕ ਲਿਖਤੀ ਰੂਪ 'ਚ ਠੱਪਾ ਨਹੀਂ ਲਾਣਾ ਉਹਨਾਂ ਨੇ। ਠੱਪਾ ਉਹਨੇ ਤਾਂ ਲੈਣਾ ਆਪਾਂ ਬਾਹਰ ਐਕਸਪੋਰਟ ਕਰਨ ਲੱਗ ਗਏ। ਹਾਂਜੀ ਸੋ ਜਿੱਦਾਂ ਤੁਹਾਡੇ ਕਹਿਣ ਤੋਂ ਭਾਵ ਇਹ 3-4 ਸਾਲ ਤੱਕ ਤਾਂ ਸਾਡੇ ਸਿਰਫ ਇੱਕ ਬੀਜ ਦਾ ਹੀ ਪ੍ਰੋਸੈਸ ਆ, ਜਿਹੜਾ ਕਿ ਬੀਜ ਸਾਡੇ ਕੋਲ ਉਹ ਆਰਗੈਨਿਕ ਬੀਜ ਰੈਡੀ ਹੋ ਰਿਹਾ ਸਾਡੇ ਕੋਲ, ਜਿਹਨੂੰ ਅਸੀਂ ਆਉਣ ਵਾਲੀਆਂ ਫਸਲਾਂ ਦੇ ਬੀਜ ਵਾਸਤੇ ਵਰਤ ਸਕਦੇ ਹਾਂ। ਸੋ ਜਿਸ ਤਰ੍ਹਾਂ ਜੇ ਅਸੀਂ ਉਹ ਇੱਕ ਖੇਤ ਤੋਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਅਸੀਂ ਸ਼ੁਰੂ ਕਰੀਏ, ਜਿਹੜਾ ਪ੍ਰੋਸੈਸ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਉਹਨੂੰ ਸਟਾਰਟਿੰਗ ਖੇਤੀ ਦੀ ਉਹਦੀ ਵਹਾਈ ਕਰਨੀ ਆ, ਉਸ ਨੂੰ ਕਿੰਨੀਆਂ ਰੌਣੀਆਂ ਦੀ, ਕਿੰਨੀ ਵਾਰੀ ਪਾਣੀ ਲਾਉਣ ਦੀ ਲੋੜ ਆ, ਉਹ ਜਦੋਂ ਅਸੀਂ 3-4 ਸਾਲ ਬਾਅਦ ਜਦੋਂ ਸਾਡੇ ਕੋਲ ਉਹ ਬੀਜ ਤਿਆਰ ਹੋ ਗਿਆ, ਤੇ ਫਿਰ ਅਸੀਂ ਉਹ ਜਿਹੜੀਆਂ ਸੰਸਥਾਵਾਂ ਕੋਲ ਉਹ ਮਿੱਟੀ ਚੈੱਕ ਕਰਾਉਣੀ, ਜਿਹਨੀ ਕਿ ਕਨਫਰਮ ਕਰਨਾ ਵੀ ਹਾਂ ਇਹ ਮਿੱਟੀ ਹੁਣ ਜੈਵਿਕ ਖੇਤੀ ਦੇ ਯੋਗ ਹੋ ਗਈ ਆ। ਜਿਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਭਗਤ ਪੂਰਨ ਸਿੰਘ ਹੁਣਾਂ ਦਾ, ਕਿਉਂਕਿ ਉਹਨਾਂ ਦਾ ਇੱਕ ਅੰਮ੍ਰਿਤਸਰ ਤੋਂ ਪਹਿਲਾਂ ਉਹਨਾਂ ਦਾ ਆਉਂਦਾ ਰੋਡ ਦੇ ਉੱਪਰ ਆਰਗੈਨਿਕ ਫਾਰਮਿੰਗ ਦਾ, ਉਹਨਾਂ ਦਾ ਜੈਵਿਕ ਖੇਤੀ ਦਾ ਕਰ ਰਹੇ ਆ, ਉਹਨਾਂ ਤੋਂ ਵੀ ਜਾ ਕੇ ਲੱਗਦਾ ਮੈਨੂੰ ਜਿੱਦਾਂ ਆਪਣੇ ਇੱਕ ਵੀਰਾਂ ਵਾਸਤੇ ਸਲਾਹ ਆ ਵੀ ਜੇ ਕੋਈ ਕਰਨਾ ਚਾਹੁੰਦਾ, ਉਹਨਾਂ ਨੂੰ ਵੀ ਇੱਕ ਸਲਾਹ ਆ ਵੀ ਉਹ ਵੀ ਅਗਰ ਜੇ ਉਧਰਲੇ ਸਾਈਡ ਤੇ ਜਾਂਦੇ ਆ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾਂਦੇ ਆ, ਤਾਂ ਉੱਥੇ ਉਹ ਜ਼ਰੂਰ ਟਾਈਮ ਕੱਢ ਕੇ ਉੱਥੇ ਜਾ ਕੇ ਆਉਣ, ਉਹ ਦੇਖ ਕੇ ਆਉਣ, ਤੇ ਉੱਥੋਂ ਕਾਫੀ ਉਹਨਾਂ ਨੂੰ ਸੇਧ ਮਿਲ ਸਕਦੀ ਹੈ, ਤੇ ਹੋ ਸਕਦਾ ਉਹਨਾਂ ਤੋਂ ਬੀਜ ਵਗੈਰਾ ਵੀ ਉਹ ਉਹਨਾਂ ਤੋਂ ਲੈ ਸਕਦੇ ਆ। ਸੋ ਸਟਾਰਟਿੰਗ ਕਰ ਲਈ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਵੀ ਅੱਜ ਸਮੇਂ ਦੀ ਜ਼ਰੂਰਤ ਬਣ ਗਈ ਆ, ਸੋ ਸਮੇਂ ਦੀ ਜ਼ਰੂਰਤ ਦੇ ਮੁਤਾਬਕ ਸਾਨੂੰ ਵਾਪਸ ਮੁੜਨਾ ਪੈਣਾ। ਇੱਕਦਮ ਸਾਰਾ ਵਾਪਸ ਮੁੜਾਂਗੇ ਤੇ ਉਹ ਸੰਭਵ ਨਹੀਂ ਗਾ। ਸੋ ਹੌਲੀ ਹੌਲੀ ਸਾਨੂੰ ਉਹ ਸ਼ੁਰੂਆਤ ਕਰਨੀ ਪੈਣੀ ਆ, ਤੇ ਕਿਤੇ ਨਾ ਕਿਤੇ ਉਹ ਕਰਨੀ ਪੈਣੀ ਆ। ਸੋ ਜਿਸ ਤਰ੍ਹਾਂ ਅਸੀਂ ਛੋਟੇ ਪੱਧਰ ਤੋਂ ਚੱਲ ਕੇ ਜੇ ਸ਼ੁਰੂ ਕਰੀਏ ਤੇ ਉਹਨੂੰ ਲਗਨ ਦੇ ਨਾਲ, ਕਿਉਂਕਿ ਉਹਦੇ ਤੇ ਇਹ ਵੀ ਜ਼ਰੂਰ ਪਈ ਹੈਗਾ ਆ, ਕਿਉਂਕਿ ਮਿਹਨਤ ਜਿਹੜੀ ਆ ਉਹ ਕਈ ਗੁਣਾ ਵੱਧ ਹੋਣੀ, ਕਿਉਂਕਿ ਤੁਹਾਨੂੰ ਗਡਾਈ ਕਰਨੀ ਪੈਣੀ। ਉਹ ਦੂਸਰੀਆਂ ਫਸਲਾਂ ਵਾਂਗ ਤਾਂ ਹੈ ਨਹੀਂ ਕਿ ਜੇ ਕੋਈ ਨਦੀਨ ਉਹ ਖੜਿਆ ਤਾਂ ਸਪਰੇਅ ਕਰ ਦਿੱਤੀ ਤੇ ਚਲੋ ਘਰ ਆ ਗਿਆ, ਜੇ ਇੱਕ ਖੇਤ ਤੇ 1 ਘੰਟੇ 'ਚ ਸਪਰੇਅ ਦਾ ਕੰਮ ਨਿਬੜ ਗਿਆ। ਪਰ ਜੇ ਗੋਡੀ ਕਰਨੀ ਹੈ ਤਾਂ ਗੋਡੀ ਤੇ ਕਈ ਦਿਨ ਤੁਹਾਨੂੰ ਲੱਗ ਸਕਦੇ ਆ। ਸੋ ਇੱਕਦਮ ਸੰਭਾਲਣਾ ਵੀ ਔਖਾ ਆ। ਸੋ ਇਸ ਕਰਕੇ ਉਹ ਸਾਨੂੰ ਛੋਟੇ ਪੱਧਰ ਤੋਂ ਹੀ ਸਟਾਰਟਿੰਗ ਕਰਨੀ ਪੈਣੀ ਆ। ਬਾਕੀ ਭਾਈ ਸਾਹਿਬ ਟਾਈਮ ਆਪਣਾ ਸਮਾਪਤੀ ਵੱਲ ਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਤੇ ਹੋਰ ਵੀ ਅੱਗੇ ਗੱਲ ਕਰੀਏ। ਤੇ ਆਪਾਂ ਜਿਸ ਤਰ੍ਹਾਂ ਜਿਹੜਾ ਇਹਦੇ ਵਿੱਚ ਖਾਦਾਂ ਵਰਤੀਆਂ ਜਾਂਦੀਆਂ ਆ, ਜਿਹੜੀ ਗਡੋਇਆ ਖਾਦ ਆ ਉਹ ਕਿਸ ਤਰ੍ਹਾਂ ਬਣਦੀ ਆ, ਜਾਂ ਹੋਰ ਵੀ ਚੀਜ਼ਾਂ ਕਿਹੜੀਆਂ ਕਿਸ ਤਰ੍ਹਾਂ ਤਿਆਰ ਹੋਣੀਆਂ, ਤੁਸੀਂ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਵੀ ਦੱਸਿਓ। ਸੋ ਅੱਜ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਆਪਾਂ ਮਿਲਦੇ ਹਾਂ ਫਿਰ ਅਗਲੇ ਹਫਤੇ ਫਿਰ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੋਂ ਭਾਈ ਕੁਲਦੀਪ ਸਿੰਘ ਹੁਣੀ ਜੁੜੇ ਸੀਗੇ, ਤੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ, ਤੇ ਉਹਨੇ ਆਪਣੇ ਨਾਲ ਵਿਚਾਰਾਂ ਦੀ ਸਾਂਝ ਪਾਈ, ਤੇ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਹਫਤੇ ਫਿਰ ਇਸ ਵਿਸ਼ੇ ਤੇ ਗੱਲ ਕੀਤੀ ਜਾਵੇ। ਤੇ ਸੋ ਆਪਾਂ ਇਸ ਵਿਸ਼ੇ ਨੂੰ ਅੱਗੇ ਲੈ ਕੇ ਜਾਵਾਂਗੇ, ਤਾਂ ਜੋ
ਕੋਈ ਵੀਰ ਵੀ ਜੇ ਇਹ ਖੇਤੀ ਦੇ ਵੱਲ ਨੂੰ ਵਾਪਸ ਮੁੜਨਾ ਚਾਹੁੰਦਾ, ਕਿਉਂਕਿ ਵਾਪਸ ਮੁੜਨਾ ਚਾਹੁੰਦਾ ਨਹੀਂ, ਬਲਕਿ ਸਾਡੀ ਮੁੜਨ ਦੀ ਜ਼ਰੂਰਤ ਆ, ਸਾਨੂੰ ਇਹ ਘਰਾਂ ਤੋਂ ਇਹ ਚੀਜ਼ ਸਟਾਰਟ ਕਰਨੀ ਪੈਣੀ ਆ। ਤੇ ਇਸ ਕਰਕੇ ਅਸੀਂ ਉਹ ਵਿਚਾਰਾਂ ਅੱਗੇ ਫੇਰ ਕਰਾਂਗੇ ਅਗਲੇ ਹਫ਼ਤੇ। ਸੋ ਅੱਜ ਵਾਸਤੇ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।